ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। सत श्री अकाल जी, तुसीं देख रहे हो पंजाब USA टीवी ते मैं सुरभि। खबरां दे इस बुलेटिन च बहुत-बहुत स्वागत। पेश आन देश ते विदेश नाल जुड़ियां होईयां कुछ खास ते चोणवीआं खबरां। ट्रंप प्रशासन दी सख्त कार्रवाई, हुण 9 अंतरराष्ट्रीय विद्यार्थियों के वीजे किए गए रद्द। कनाडा च स्थाई निवास के चाहवान भारतीयों लई खुशखबरी। ट्रंप पूरी तरह खत्म करना चाहुंदे हन इनकम टैक्स। अमरीकी उपराष्ट्रपति वैंस अगले हफ्ते आउणगे भारत। इमीग्रेशन कानून च बदला, हुण इस देश के पासपोर्ट धारकां ते लगी पाबंदी। अमेरिका की जेल विच बंद भारती नूं मिली राहत। हुण इन्हां खबरां दा विस्तार। इस दे नाल ही देश ते विदेश नाल जुड़ियां होईयां तमाम खबरां। डोनाल्ड ट्रंप प्रशासन अमरीकी सिक्ख्या संस्थावां ते सख्त कार्रवाई कर रहा है। ट्रंप प्रशासन दीआं इमीग्रेशन नीतियां कारण अमेरिका विच अंतरराष्ट्रीय विद्यार्थियों ਅਤੇ खोजियां ते दबाਅ लगातार वध रहा है। हाल ही दे विच अमेरिका दी वकारी संस्था मैसेचुसेट्स इंस्टीट्यूट ऑफ टेक्नोलॉजी यानी कि MIT भी इस कार्रवाई दी लपेट विच आई है, जिथे 9 अंतरराष्ट्रीय विद्यार्थियों ਅਤੇ खोजियां दे वीजे रद्द कर दिते गए हैं। एक कदम बिना किसी पूर्व सूचना या कारण दे चुकिया गया है, जिस कारण अकैडमिक जगत विच डूंगी चिंता पैदा हो गई है। CBS की एक रिपोर्ट के अनुसार हुण तक ट्रंप प्रशासन ने अमेरिका दीआं 88 यूनिवर्सिटियां ਅਤੇ ਕਾਲਜਾਂ ਦੇ ਲਗਭਗ 530 ਵਿਦਿਆਰਥੀਆਂ, ਅਧਿਆਪਕਾਂ ਅਤੇ ਖੋਜੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਇਹ ਆંકੜਾ ਸਿਰਫ ਇੱਕ ਪ੍ਰਸ਼ਾਸਕੀ ਨੀਤੀਗਤ ਤਬਦੀਲੀ ਦਾ ਨਤੀਜਾ ਨਹੀਂ ਜਾਪਦਾ, ਸਗੋਂ ਅਮਰੀਕੀ ਉੱਚ ਸਿੱਖਿਆ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਜਾਪਦਾ ਹੈ। MIT ਦੀ ਪ੍ਰਧਾਨ ਸੈਲੀ ਨੇ 14 ਅਪ੍ਰੈਲ ਨੂੰ ਇੱਕ ਅਧਿਕਾਰਤ ਪੱਤਰ ਵਿੱਚ ਇਸ ਘਟਨਾਕ੍ਰਮ ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਉਹਨਾਂ ਨੇ ਕਿਹਾ ਕਿ ਸਰਕਾਰ ਦੀਆਂ ਇਹ ਕਾਰਵਾਈਆਂ ਨਾ ਸਿਰਫ MIT ਦੇ ਕਾਰਜਾਂ ਨੂੰ ਖਤਰਾ ਹਨ, ਸਗੋਂ ਅਮਰੀਕਾ ਦੀ ਵਿਸ਼ਵ ਵਿਆਪੀ ਵਿਗਿਆਨਕ ਲੀਡਰਸ਼ਿਪ ਸਥਿਤੀ ਨੂੰ ਵੀ ਕਮਜ਼ੋਰ ਕਰਦੀਆਂ ਹਨ। ਕੈਨੇਡਾ ਦੇ ਵਿੱਚ ਸਥਾਈ ਨਿਵਾਸ ਯਾਨੀ ਕਿ PR ਦੀ ਇੱਛਾ ਰੱਖਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ ਹੈ। ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਯਾਨੀ ਕਿ IRCC ਨੇ ਵਿਦੇਸ਼ੀਆਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਦਾ ਸੱਦਾ ਦਿੱਤਾ ਹੈ। ਇਹ ਅਰਜ਼ੀਆਂ ਐਕਸਪ੍ਰੈਸ ਐਂਟਰੀ ਸਿਸਟਮ ਦੇ ਪ੍ਰੋਵੈਂਸ਼ਨਲ ਨਾਮਜ਼ਦ ਪ੍ਰੋਗਰਾਮ ਅਧੀਨ ਸਥਾਈ ਨਿਵਾਸ ਲਈ ਦਿੱਤੀਆਂ ਜਾਣਗੀਆਂ। ਕੈਨੇਡੀਅਨ ਸਰਕਾਰ ਹਰ 2 ਹਫ਼ਤਿਆਂ ਵਿੱਚ ਐਕਸਪ੍ਰੈਸ ਐਂਟਰੀ ਸਿਸਟਮ ਦੇ ਅਧੀਨ ਬਿਨੇਕਾਰਾਂ ਲਈ ਚੋਣ ਪ੍ਰੋਗਰਾਮ ਆਯੋਜਿਤ ਕਰਦੀ ਹੈ, ਪਰ ਇਸ ਵਾਰ ਐਕਸਪ੍ਰੈਸ ਐਂਟਰੀ ਡਰੋ ਦੇ ਨਤੀਜੇ ਬਹੁਤ ਦੇਰੀ ਨਾਲ ਆਏ ਹਨ। ਲਗਭਗ 1 ਮਹੀਨੇ ਦੀ ਉਡੀਕ ਤੋਂ ਬਾਅਦ IRCC यानी कि इमीग्रेशन, शरणार्थी ਅਤੇ ਨਾਗਰਿਕਤਾ ਕੈਨੇਡਾ ਨੇ 14 ਅਪ੍ਰੈਲ ਨੂੰ ਪ੍ਰੋਵੈਂਸ਼ਨਲ ਨਾਮਜ਼ਦ ਪ੍ਰੋਗਰਾਮ ਲਈ ਅਰਜ਼ੀ ਦੇਣ ਲਈ 825 ਸੱਦੇ ਭੇਜੇ। ਆਖਰੀ ਐਕਸਪ੍ਰੈਸ ਐਂਟਰੀ ਡਰੋ 21 ਮਾਰਚ 2025 ਨੂੰ ਫ੍ਰੈਂਚ ਭਾਸ਼ਾ ਦੀ ਮੁਹਾਰਤ ਸ਼੍ਰੇਣੀ ਲਈ ਆਯੋਜਿਤ ਕੀਤਾ ਗਿਆ ਸੀ। ਆਖਰੀ ਪ੍ਰੋਵੈਂਸ਼ਨਲ ਨਾਮਜ਼ਦਗੀ ਸਮਾਗਮ 17 ਮਾਰਚ 2025 ਨੂੰ ਆਯੋਜਿਤ ਕੀਤਾ ਗਿਆ ਸੀ। ਵਿਦੇਸ਼ੀ ਨਾਗਰਿਕ ਜੋ ਕੈਨੇਡਾ ਵਿੱਚ ਪੱਕੇ ਤੌਰ ਤੇ ਰਹਿਣਾ ਚਾਹੁੰਦੇ ਹਨ, ਉਹ ਪ੍ਰੋਵੈਂਸ਼ਨਲ ਨਾਮਜ਼ਦ ਪ੍ਰੋਗਰਾਮ ਯਾਨੀ ਕਿ PNP ਰਾਹੀਂ ਕੈਨੇਡਾ ਦੇ ਵਿੱਚ ਸਥਾਈ ਨਿਵਾਸੀ ਦਰਜੇ ਲਈ ਅਰਜ਼ੀ ਦੇ ਸਕਦੇ ਹਨ। ਇਹ ਪ੍ਰੋਗਰਾਮ ਲੋਕਾਂ ਨੂੰ ਕਿਸੇ ਖਾਸ ਸੂਬੇ ਜਾਂ ਖੇਤਰ ਵਿੱਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ। ਕੈਨੇਡਾ ਦੇ ਵਿੱਚ ਸੂਬੇ ਅਤੇ ਪ੍ਰਦੇਸ਼ ਸੂਬਿਆਈ ਨਾਮਜ਼ਦ ਪ੍ਰੋਗਰਾਮ ਦੇ ਤਹਿਤ ਸਥਾਈ ਨਿਵਾਸ ਲਈ ਪ੍ਰਵਾਸੀਆਂ ਦੀ ਚੋਣ ਕਰ ਸਕਦੇ ਹਨ। ਇੱਥੇ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਕਈ ਵੱਖ-ਵੱਖ PNP ਸਟਰੀਮਾਂ ਹਨ। PNP ਉਮੀਦਵਾਰਾਂ ਦੀ ਚੋਣ ਸੂਬੇ ਵਿੱਚ ਨੌਕਰੀ ਦੀ ਪੇਸ਼ਕਸ਼ ਹੋਣ, ਕਿੱਤਿਆਂ ਵਿੱਚ ਕੰਮ ਕਰਨ, ਪਹਿਲਾ ਕੰਮ ਦਾ ਅਧਿਐਨ ਕਰਨ ਦਾ ਤਜਰਬਾ ਹੋਣ ਜਾਂ ਸੂਬੇ ਵਿੱਚ ਕਾਰੋਬਾਰ ਸ਼ੁਰੂ ਕਰਨ ਲਈ ਸਰੋਤ ਹੋਣ ਵਰਗੇ ਮਾਪਦੰਡਾਂ ਦੇ ਆਧਾਰ ਤੇ ਕਰਦਾ ਹੈ। ਕੈਨੇਡਾ ਦਾ ਸੰਘੀ ਪ੍ਰਸ਼ਾਸਨ ਬਿਨੇਕਾਰਾਂ ਨੂੰ ਉਮਰ, ਵਿਦਿਅਕ ਪਿਛੋਕੜ, ਰੋਜ਼ਗਾਰ, ਇਤਿਹਾਸ ਅਤੇ ਭਾਸ਼ਾ ਦੀ ਮੁਹਾਰਤ ਵਰਗੇ ਤੱਤਾਂ ਦੇ ਅਨੁਸਾਰ ਛਾਂਟਣ ਲਈ ਵਿਆਪਕ ਦਰਜਾਬੰਦੀ ਪ੍ਰਣਾਲੀ ਦੀ ਵਰਤੋਂ ਕਰਦਾ ਹੈ, यानी कि CRS ਦੀ ਵਰਤੋਂ ਕਰਦਾ ਹੈ। ਇਸ ਤੋਂ ਇਲਾਵਾ ਹਰੇਕ ਐਕਸਪ੍ਰੈਸ ਐਂਟਰੀ ਡਰੋ ਦੇ ਲਈ ਸੀਮਾਵਾਂ ਅਨੁਕੂਲ ਹੁੰਦੀਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਤਾਜ਼ਾ ਇੰਟਰਵਿਊ ਵਿੱਚ ਇਸ਼ਾਰਾ ਦਿੱਤਾ ਹੈ ਕਿ ਉਹ ਦੇਸ਼ ਵਿੱਚ ਆਮਦਨ ਕਰ ਯਾਨੀ ਕਿ ਇਨਕਮ ਟੈਕਸ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦੇ ਹਨ। ਟਰੰਪ ਦੇ ਅਨੁਸਾਰ ਨਵੀਂ ਟੈਰਿਫ ਨੀਤੀ ਰਾਹੀਂ
ਅਮਰੀਕਾ ਇੰਨਾ ਵੱਡਾ ਰਾਜਸਵ ਇਕੱਠਾ ਕਰ ਸਕਦਾ ਹੈ ਕਿ ਆਮਦਨ ਕਰ ਦੀ ਲੋੜ ਹੀ ਨਹੀਂ ਰਹੇਗੀ, ਯਾਨੀ ਕਿ ਇਨਕਮ ਟੈਕਸ ਦੀ ਲੋੜ ਫਿਰ ਅਮਰੀਕਾ ਵਿੱਚ ਨਹੀਂ ਰਹੇਗੀ। ਇਤਿਹਾਸ ਦਾ ਹਵਾਲਾ ਦਿੰਦਿਆਂ ਹੋਇਆ ਇਹ ਕਿਹਾ ਕਿ 1870 ਤੋਂ 1913 ਤੱਕ ਅਮਰੀਕਾ ਵਿੱਚ ਕੇਵਲ ਟੈਰਿਫ ਰਾਹੀਂ ਹੀ ਸਰਕਾਰੀ ਖਰਚੇ ਪੂਰੇ ਕੀਤੇ ਜਾਂਦੇ ਸਨ ਅਤੇ ਉਦੋਂ ਅਮਰੀਕਾ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਸੀ। ਇਹ ਇੱਕ ਵੱਡਾ ਮੌਕਾ ਹੈ। ਸਿਰਫ ਟੈਰਿਫ ਰਾਹੀਂ ਹੀ ਅਸੀਂ ਆਮਦਨ ਕਰ ਦੀ ਥਾਂ ਲੈ ਸਕਦੇ ਹਾਂ। ਟਰੰਪ ਨੇ ਦਲੀਲ ਦਿੱਤੀ ਹੈ। ਯਾਦ ਰਹੇ ਕਿ ਆਮਦਨ ਕਰ ਵਿੱਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਦੀ ਮਨਜ਼ੂਰੀ ਅਮਰੀਕੀ ਕਾਂਗਰਸ ਰਾਹੀਂ ਹੀ ਹੋ ਸਕਦੀ ਹੈ, ਕਿਉਂਕਿ ਕਾਂਗਰਸ ਕੋਲ ਟੈਕਸ ਨੀਤੀਆਂ ਬਣਾਉਣ ਦਾ ਸੰਵਿਧਾਨਿਕ ਅਧਿਕਾਰ ਹੈ। ਸੋ ਟਰੰਪ ਨੇ ਇੰਟਰਵਿਊ ਦੌਰਾਨ ਇਹ ਵੀ ਕਿਹਾ ਹੈ ਕਿ ਉਹ ਟੈਰਿਫ ਰਾਹੀਂ ਆਉਣ ਵਾਲੇ ਪੈਸੇ ਨਾਲ ਸਿਰਫ ਆਮਦਨ ਕਰ ਨਹੀਂ ਬਲਕਿ ਟਿਪਸ ਤੇ ਸਮਾਜਿਕ ਸੁਰੱਖਿਆ ਤੇ ਲੱਗਣ ਵਾਲੇ ਟੈਕਸ ਵੀ ਖਤਮ ਕਰ ਸਕਦੇ ਹਨ। ਟਰੰਪ ਨੇ ਦੱਸਿਆ ਕਿ 1880 ਦੇ ਦਹਾਕੇ ਵਿੱਚ ਇੱਕ ਕਮੇਟੀ ਬਣਾਈ ਗਈ ਸੀ ਜਿਸ ਦਾ ਮਕਸਦ ਇਹ ਫੈਸਲਾ ਕਰਨਾ ਸੀ ਕਿ ਟੈਰਿਫ ਰਾਹੀਂ ਆਉਣ ਵਾਲਾ ਪੈਸਾ ਕਿਵੇਂ ਵਰਤਣਾ ਹੈ। ਉਸਨੇ ਇਲਜ਼ਾਮ ਲਾਇਆ ਕਿ 1913 ਦੇ ਵਿੱਚ ਆਮਦਨ ਕਰ ਦੀ ਸ਼ੁਰੂਆਤ ਚਲਾਕੀ ਦੇ ਨਾਲ ਕੀਤੀ ਗਈ। ਉਹਨਾਂ ਨੇ ਕਿਹਾ ਕਿ 1913 ਤੋਂ 32 ਵਿੱਚ ਟੈਰਿਫ ਸਿਸਟਮ ਵਾਪਸ ਲਿਆਂਦਾ ਜਾਣ ਦੀ ਕੋਸ਼ਿਸ਼ ਹੋਈ, ਪਰ ਉਹ ਸਮਾਂ ਲੰਘ ਚੁੱਕਿਆ ਸੀ। ਟਰੰਪ ਮੁਕਰਰ ਕਰਦੇ ਹਨ ਕਿ ਮਹਾਨ ਮੰਦੀ ਯਾਨੀ ਕਿ ਗ੍ਰੇਟ ਡਿਪਰੈਸ਼ਨ ਟੈਰਿਫ ਕਾਰਨ ਨਹੀਂ ਬਲਕਿ ਉਸ ਤੋਂ ਪਹਿਲਾਂ ਹੀ ਆ ਚੁੱਕੀ ਸੀ। ਟਰੰਪ ਨੇ ਆਪਣੇ ਕਾਰਜਕਾਲ ਦੌਰਾਨ ਦੀ ਗੱਲ ਦੱਸਦਿਆਂ ਕਿਹਾ ਕਿ ਅਮਰੀਕਾ ਨੇ ਰੋਜ਼ਾਨਾ 2 ਤੋਂ 3 ਅਰਬ ਡਾਲਰ ਤੱਕ ਟੈਰਿਫ ਰਾਹੀਂ ਕਮਾਏ ਹਨ। ਸੋ ਅਸੀਂ ਕਦੇ ਵੀ ਇੰਨਾ ਪੈਸਾ ਨਹੀਂ ਕਮਾਇਆ ਸੀ। ਇਹ ਸਾਲਾਨਾ ਸੈਂਕੜੇ ਅਰਬ ਡਾਲਰ ਹੁੰਦੇ ਹਨ। ਟੈਰਿਫ ਦੇ 90 ਦਿਨਾਂ ਲਈ ਰੋਕ ਨੀਤੀ 'ਚ ਵੱਡਾ ਮੋੜ ਬੁੱਧਵਾਰ ਨੂੰ ਟਰੰਪ ਨੇ ਕਈ ਦੇਸ਼ਾਂ ਤੇ ਲੱਗੇ ਅਨੁਕੂਲਿਤ ਟੈਰਿਫ ਤੇ 90 ਦਿਨਾਂ ਲਈ ਰੋਕ ਲਗਾ ਦਿੱਤੀ ਹੈ। ਇਹ ਪਹਿਲਾਂ ਦੇ ਉਸ ਬਿਆਨ ਤੋਂ ਵੱਡਾ ਯੂ-ਟਰਨ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਟੈਰਿਫ ਤੇ ਕੋਈ ਛੋਟ ਨਹੀਂ ਮਿਲੇਗੀ। ਟਰੰਪ ਦੇ ਇਹ ਬਿਆਨ ਚੋਣੀ ਰਣਨੀਤੀ ਦੇ ਤੌਰ ਤੇ ਵੀ ਵੇਖੇ ਜਾ ਰਹੇ ਹਨ। ਉਹ ਅਮਰੀਕਾ ਫਸਟ ਨੀਤੀ ਅਨੁਸਾਰ ਟੈਕਸ ਸਿਸਟਮ 'ਚ ਵੱਡਾ ਬਦਲਾਅ ਕਰਕੇ ਆਮ ਜਨਤਾ ਨੂੰ ਅਪੀਲ ਕਰਨਾ ਚਾਹੁੰਦੇ ਹਨ। ਹਾਲਾਂਕਿ ਟੈਕਸ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਟੈਰਿਫ ਤੇ ਨਿਰਭਰ ਕਰਨਾ ਨਾ ਸਿਰਫ ਆਰਥਿਕ ਤੌਰ ਤੇ ਚੁਣੌਤੀਪੂਰਨ ਹੋਵੇਗਾ, ਸਗੋਂ ਇਸ ਵਿੱਚ ਕਾਨੂੰਨੀ ਰੁਕਾਵਟਾਂ ਵੀ ਆ ਸਕਦੀਆਂ ਹਨ। ਅਮਰੀਕੀ ਉਪ ਰਾਸ਼ਟਰਪਤੀ ਜੈਡੀ ਵੈਂਸ ਅਤੇ ਉਹਨਾਂ ਦੀ ਪਤਨੀ ਊਸ਼ਾ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਭਾਰਤ ਦੀ ਯਾਤਰਾ ਤੇ ਆਉਣਗੇ, ਜਿੱਥੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਕਰਨਗੇ। ਵੈਂਸ ਦੇ ਬੁਲਾਰੇ ਨੇ ਦੱਸਿਆ ਕਿ ਅਮਰੀਕੀ ਉਪ ਰਾਸ਼ਟਰਪਤੀ ਇਸ ਹਫ਼ਤੇ ਇਟਲੀ ਅਤੇ ਉਸ ਤੋਂ ਬਾਅਦ ਭਾਰਤ ਦੀ ਯਾਤਰਾ ਕਰਨਗੇ। ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਸੁਰੱਖਿਆ ਸਲਾਹਕਾਰ ਮਾਈਕਲ ਵਾਲਟਸ ਨੇ ਵੀ ਅਗਲੇ ਹਫ਼ਤੇ ਦੀ ਸ਼ੁਰੂਆਤ ਵਿੱਚ ਭਾਰਤ ਆਉਣ ਦੀ ਯੋਜਨਾ ਬਣਾਈ ਸੀ, ਪਰ ਉਹਨਾਂ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਵੈਂਸ ਅਤੇ ਉਹਨਾਂ ਦਾ ਪਰਿਵਾਰ 18 ਤੋਂ 24 ਅਪ੍ਰੈਲ ਤੱਕ ਇਟਲੀ ਅਤੇ ਭਾਰਤ ਦੀ ਯਾਤਰਾ ਤੇ ਰਹੇਗਾ। ਮਾਲਦੀਵ ਨੇ ਗਾਜ਼ਾ ਵਿੱਚ ਜਾਰੀ ਜੰਗ ਕਾਰਨ ਵੱਡਾ ਕਦਮ ਚੁੱਕਿਆ। ਹੁਣ ਮਾਲਦੀਵ ਨੇ ਇਜ਼ਰਾਈਲੀ ਪਾਸਪੋਰਟ ਧਾਰਕਾਂ ਨੂੰ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਆਪਣੇ ਇਮੀਗ੍ਰੇਸ਼ਨ ਕਾਨੂੰਨ ਵਿੱਚ ਬਦਲਾਅ ਕੀਤਾ ਹੈ। ਰਾਸ਼ਟਰਪਤੀ ਦਫ਼ਤਰ ਦੇ ਇੱਕ ਬਿਆਨ ਅਨੁਸਾਰ ਸੋਧ ਨੂੰ ਸੰਸਦ ਨੇ ਪਾਸ ਕਰ ਦਿੱਤਾ ਹੈ ਅਤੇ ਮੰਗਲਵਾਰ ਨੂੰ ਰਾਸ਼ਟਰਪਤੀ ਮੁਹੰਮਦ ਮੁਈਜ਼ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਹ ਅਜੇ ਸਪਸ਼ਟ ਨਹੀਂ ਹੈ ਕਿ ਇਹ ਕਾਨੂੰਨ ਦੋਹਰੀ ਨਾਗਰਿਕਤਾ ਵਾਲੇ ਲੋਕਾਂ ਤੇ ਲਾਗੂ ਹੋਵੇਗਾ ਜਿਨ੍ਹਾਂ ਦੇ ਕੋਲ ਇਜ਼ਰਾਈਲ ਅਤੇ ਕਿਸੇ ਹੋਰ ਦੇਸ਼ ਦੇ ਪਾਸਪੋਰਟ ਹਨ। ਸੋ ਇਮੀਗ੍ਰੇਸ਼ਨ ਕਾਨੂੰਨ ਨੂੰ ਬਦਲਣ ਦਾ ਕੈਬਨਿਟ ਫੈਸਲਾ ਲਗਭਗ 1 ਸਾਲ ਪਹਿਲਾਂ ਲਿਆ ਗਿਆ ਸੀ, ਪਰ ਸਰਕਾਰ ਨੇ ਇਸ ਹਫ਼ਤੇ ਇਸ ਨੂੰ ਰਸਮੀ ਰੂਪ ਦੇ ਦਿੱਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਤਬਦੀਲੀ ਇਜ਼ਰਾਈਲ ਵੱਲੋਂ ਫਲਸਤੀਨੀ ਲੋਕਾਂ ਵਿਰੁੱਧ ਕੀਤੇ ਗਏ ਅਤਿਆਚਾਰਾਂ ਅਤੇ ਨਸਲਕੁਸ਼ੀ ਦੇ ਕੰਮਾਂ ਦੇ ਜਵਾਬ ਵਿੱਚ ਸਰਕਾਰ ਦੇ ਦ੍ਰਿੜ ਰੁਖ ਨੂੰ ਦਰਸਾਉਂਦੀ ਹੈ। ਮਾਲਦੀਵ ਇੱਕ ਮੁੱਖ ਤੌਰ ਤੇ ਸੁੰਨੀ ਮੁਸਲਿਮ ਦੇਸ਼ ਹੈ ਜਿੱਥੇ ਦੂਜੇ ਧਰਮਾਂ ਦੇ ਪ੍ਰਚਾਰ ਅਤੇ ਪਾਲਣਾ ਤੇ ਕਾਨੂੰਨੀ ਤੌਰ ਤੇ ਪਾਬੰਦੀ ਹੈ। ਸੋ ਤਾਜ਼ਾ ਉਪਲਬਧ ਇਮੀਗ੍ਰੇਸ਼ਨ ਆંકੜੇ ਦੇ ਅਨੁਸਾਰ ਫਰਵਰੀ ਵਿੱਚ ਇਜ਼ਰਾਈਲੀ ਪਾਸਪੋਰਟ ਵਾਲੇ 59 ਲੋਕ ਮਾਲਦੀਵ ਪਹੁੰਚੇ। ਅਮਰੀਕਾ 'ਚ ਬੱਚਾ ਅਗਵਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਭਾਰਤੀ ਮੂਲ ਦੇ ਮਹਿੰਦਰ ਪਟੇਲ ਨੂੰ ਰਾਹਤ ਮਿਲਣ ਦੇ ਆਸਾਰ ਹਨ। ਜੀ ਹਾਂ, ਵਾਲਮਾਰਟ ਸਟੋਰ ਵਿੱਚ ਵਾਪਰੀ ਘਟਨਾ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਰਾਹੀਂ ਬੱਚੇ ਦੀ ਮਾਂ ਵੱਲੋਂ ਕੀਤਾ ਦਾਅਵਾ ਝੂਠਾ ਸਾਬਤ ਹੋ ਸਕਦਾ ਹੈ। 54 ਸਾਲ ਦੇ ਮਹਿੰਦਰ ਪਟੇਲ ਦੀ ਵਕੀਲ ਐਸ਼ਲੀ ਨੇ ਵੀਡੀਓ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਉਸ ਦਾ ਮੁਵੱਕਲ ਬੇਕਸੂਰ ਹੈ। ਇੱਥੇ ਦੱਸਣਾ ਬਣਦਾ ਹੈ ਕਿ ਆਪਣੇ 2 ਬੱਚਿਆਂ ਦੇ ਨਾਲ ਸ਼ਾਪਿੰਗ ਕਰ ਰਹੀ ਕੈਰੋਲਿਨ ਮਿਲਰ ਨੇ ਦੋਸ਼ ਲਾਇਆ ਸੀ ਕਿ ਮਹਿੰਦਰ ਪਟੇਲ ਉਸ ਕੋਲ ਆਇਆ ਅਤੇ ਦਰਦ ਹਟਾਉਣ ਵਾਲੀਆਂ ਗੋਲੀਆਂ ਬਾਰੇ ਪੁੱਛਣ ਲੱਗਾ ਅਤੇ ਉਸ ਦੇ ਮੁਤਾਬਕ ਉਸਨੇ ਜਿਉਂ ਇਸ਼ਾਰਾ ਕਰਨ ਲਈ ਆਪਣੀ ਬਾਂਹ ਚੁੱਕੀ ਤਾਂ ਮਹਿੰਦਰ ਪਟੇਲ ਨੇ ਉਸ ਦੇ ਬੇਟੇ ਨੂੰ ਖੋਹਣ ਦਾ ਯਤਨ ਕੀਤਾ।
ਕੈਰੋਲਿਨ ਨੇ ਇਹ ਵੀ ਕਿਹਾ ਸੀ ਕਿ ਉਸਨੇ ਮਹਿੰਦਰ ਪਟੇਲ ਨਾਲ ਸੰਘਰਸ਼ ਕਰਦਿਆਂ ਆਪਣੇ ਬੱਚੇ ਨੂੰ ਉਸਦੀ ਗਿਰਫਤ ਵਿੱਚੋਂ ਆਜ਼ਾਦ ਕਰਵਾ ਲਿਆ। ਪਰ ਨਵੀਂ ਵੀਡੀਓ ਵੱਖਰੀ ਕਹਾਣੀ ਬਿਆਨ ਕਰ ਰਹੀ ਹੈ। ਐਸ਼ਲੀ ਮਰਚੈਂਟ ਨੇ ਕਿਹਾ ਕਿ ਵੀਡੀਓ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਕੋਈ ਸੰਘਰਸ਼ ਨਹੀਂ ਹੋਇਆ, ਜਿਵੇਂ ਕਿ ਕੈਰੋਲਿਨ ਮਿਲਰ ਦਾਅਵਾ ਕਰ ਰਹੀ ਹੈ। ਸੋ ਐਸ਼ਲੀ ਨੇ ਯਾਨੀ ਕਿ ਉਸਦੇ ਵਕੀਲ ਨੇ ਅੱਗੇ ਕਿਹਾ ਕਿ ਸੰਭਾਵਤ ਤੌਰ ਤੇ ਕੈਰੋਲਿਨ ਦਾ ਬੇਟਾ ਡਿੱਗਣ ਵਾਲਾ ਸੀ ਅਤੇ ਮਹਿੰਦਰ ਪਟੇਲ ਨੇ ਉਸ ਨੂੰ ਬਚਾਉਣ ਦੇ ਇਰਾਦੇ ਨਾਲ ਹੱਥ ਅੱਗੇ ਵਧਾ ਦਿੱਤਾ। ਹੈਰਾਨੀ ਇਸ ਗੱਲ ਦੀ ਹੈ ਕਿ ਮੌਕੇ ਤੇ ਕੈਰੋਲਿਨ ਨੇ ਕੋਈ ਰੋਲਾ ਨਹੀਂ ਪਾਇਆ ਅਤੇ ਵਾਲਮਾਰਟ ਵਿੱਚ ਲੱਗੇ ਕੈਮਰਿਆਂ ਰਾਹੀਂ ਰਿਕਾਰਡ ਫੁਟੇਜ ਵਿੱਚ ਮਹਿੰਦਰ ਪਟੇਲ ਨੂੰ ਗੋਲੀਆਂ ਵਾਲੀ ਡੱਬੀ ਲੈ ਕੇ ਜਾਂਦਿਆਂ ਦੇਖਿਆ ਜਾ ਸਕਦਾ ਹੈ। ਜਿਸ ਦੇ ਉਲਟ ਕੈਰੋਲਿਨ ਨੇ ਆਪਣੇ ਬਿਆਨਾਂ ਵਿੱਚ ਦੋਸ਼ ਲਾਇਆ ਸੀ ਕਿ ਮਹਿੰਦਰ ਪਟੇਲ ਮੌਕੇ ਤੋਂ ਫਰਾਰ ਹੋ ਗਿਆ। ਸੋ ਮਹਿੰਦਰ ਪਟੇਲ ਦੀ ਵਕੀਲ ਨੇ ਕਿਹਾ ਕਿ ਜੇ ਤੁਸੀਂ ਵਾਲਮਾਰਟ ਵਿੱਚ ਮੌਜੂਦ ਹੋ ਅਤੇ ਕੋਈ ਮੁਸ਼ਕਲ ਵਿੱਚ ਨਜ਼ਰ ਆਉਂਦਾ ਹੈ ਤਾਂ ਤੁਸੀਂ ਮਦਦ ਕਰਨ ਦਾ ਯਤਨ ਕਰੋਗੇ। ਦੂਜੇ ਪਾਸੇ ਸਮੱਸਿਆ ਦੀ ਜੜ ਉਹ ਸਕੂਟਰ ਵੀ ਦੱਸਿਆ ਜਾ ਰਿਹਾ ਜੋ ਕੈਰੋਲਿਨ ਵਰਤ ਰਹੀ ਸੀ। ਮੁੱਢਲੇ ਤੌਰ ਤੇ ਉਸ ਨੂੰ ਅਪਾਹਜ ਮੰਨਿਆ ਗਿਆ, ਪਰ ਪਿਛਲੇ ਦਿਨੀ ਉਸਨੇ ਇੱਕ ਇੰਟਰਵਿਊ ਦੌਰਾਨ ਸਪਸ਼ਟ ਕਰ ਦਿੱਤਾ ਕਿ ਉਹ ਅਪਾਹਜ ਨਹੀਂ ਹੈ ਅਤੇ ਸਿਰਫ ਬੱਚਿਆਂ ਦੀ ਜ਼ਿੱਦ ਕਾਰਨ ਸਟੋਰ ਵਿੱਚ ਸਕੂਟਰ ਦੀ ਵਰਤੋਂ ਕੀਤੀ ਹੈ। ਇੱਕ ਮੌਕੇ ਤੇ ਕੈਰੋਲਿਨ ਦੇ ਸਕੂਟਰ ਹੇਠ ਉਸਦੀ ਬੇਟੀ ਦਾ ਪੈਰ ਵੀ ਆ ਜਾਣਾ ਸੀ, ਪਰ ਉੱਥੇ ਮੌਜੂਦ ਇੱਕ ਸ਼ਖਸ ਨੇ ਅੱਗੇ ਵੱਧ ਕੇ ਉਸ ਨੂੰ ਬਚਾ ਲਿਆ। ਜੋ ਹਾਲਾਤ ਸੀਗੇ ਉਹ ਅਲੱਗ ਹੋ ਚੁੱਕੇ ਨੇ, ਵੀਡੀਓ ਵੀ ਦਿਖਾਏ ਗਏ। ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਕੈਰੋਲਿਨ ਮਿਲਰ ਨੇ ਕਿਹਾ ਸੀ ਕਿ ਉਹ ਆਪਣੇ ਬੱਚਿਆਂ ਨੂੰ ਅਜਿਹੇ ਹਾਲਤ ਵਿੱਚ ਆਪਣਾ ਬਚਾਅ ਕਰਨ ਦੀ ਸਿਖਲਾਈ ਦੇ ਰਹੀ ਹੈ। ਸਿਰਫ ਇੰਨਾ ਹੀ ਨਹੀਂ, ਉਸਨੇ ਵਾਲਮਾਰਟ ਨੂੰ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਨਸੀਹਤ ਵੀ ਦਿੱਤੀ, ਪਰ ਨਵੀਂ ਵੀਡੀਓ ਬਾਰੇ ਕੋਈ ਟਿੱਪਣੀ ਕਰਨ ਤੋਂ ਤਿਆਰ ਨਹੀਂ। ਦੱਸ ਦਈਏ ਕਿ 18 ਮਾਰਚ ਦੀ ਘਟਨਾ ਤੋਂ 3 ਦਿਨ ਬਾਅਦ ਮਹਿੰਦਰ ਪਟੇਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਤੱਕ ਉਹ ਜੇਲ੍ਹ ਵਿੱਚ ਹੈ। ਮਹਿੰਦਰ ਪਟੇਲ ਵਿਰੁੱਧ ਅਗਵਾ ਦਾ ਯਤਨ ਕਰਨ ਅਤੇ ਹਮਲਾ ਕਰਨ ਦੇ ਦੋਸ਼ ਲੱਗੇ ਸਨ, ਪਰ ਮੁਕੱਦਮਾ ਰੱਦ ਕਰਨ ਵਾਸਤੇ ਲਾਜ਼ਮੀ ਹੈ ਕਿ ਸਰਕਾਰੀ ਵਕੀਲ ਸਾਰੇ ਦੋਸ਼ ਵਾਪਸ ਲੈ ਲੈਣ। ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਵਿਚਾਲੇ ਵਪਾਰ ਜੰਗ ਹੋਰ ਤੇਜ਼ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਵਾਈਟ ਹਾਊਸ ਨੇ ਕਿਹਾ ਹੈ ਕਿ ਚੀਨ ਨੂੰ ਹੁਣ ਅਮਰੀਕਾ ਨੂੰ ਆਯਾਤ ਤੇ 245% ਤੱਕ ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰੁਥ ਸੋਸ਼ਲ ਤੇ ਇੱਕ ਪੋਸਟ ਕਿਹਾ ਕਿ ਚੀਨ ਵੱਡੇ ਬੋਇੰਗ ਸੌਦੇ ਤੋਂ ਇਹ ਕਹਿੰਦੇ ਹੋਏ ਮੁਕਰ ਗਿਆ ਹੈ ਕਿ ਉਹ ਜਹਾਜ਼ਾਂ ਲਈ ਪੂਰੀ ਤਰ੍ਹਾਂ ਵਚਨਬੱਧ ਜਹਾਜ਼ਾਂ ਦਾ ਕਬਜ਼ਾ ਨਹੀਂ ਲਵੇਗਾ। ਉਹ ਉਹਨਾਂ ਰਿਪੋਰਟਾਂ ਦੀ ਪੁਸ਼ਟੀ ਕਰਦੇ ਜਾਪਦੇ ਹਨ ਕਿ ਚੀਨ ਨੇ ਆਪਣੀਆਂ 에ਅਰਲਾਈਨਸ ਨੂੰ ਅਮਰੀਕੀ ਜਹਾਜ਼ ਨਿਰਮਾਤਾ ਬੋਇੰਗ ਤੋਂ ਜਹਾਜ਼ਾਂ ਦੀ ਸਪੁਰਦਗੀ ਨਾ ਲੈਣ ਲਈ ਕਿਹਾ ਹੈ। ਪੋਸਟ ਉਹਨਾਂ ਨੇ ਚੀਨ ਵਰਗੇ ਆਪਣੇ ਵਿਰੋਧੀਆਂ ਨਾਲ ਵਪਾਰ ਜੰਗ 'ਚ ਅਮਰੀਕਾ ਅਤੇ ਉਸ ਦੇ ਕਿਸਾਨਾਂ ਦੀ ਰੱਖਿਆ ਕਰਨ ਦਾ ਵੀ ਸੰਕਲਪ ਲਿਆ। ਵਾਈਟ ਹਾਊਸ ਨੇ ਇਸ ਮੰਗਲਵਾਰ ਨੂੰ ਜਾਰੀ ਤੱਥ ਸੂਚੀ 'ਚ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਆਯਾਤ ਕੀਤੇ ਗਏ ਪ੍ਰੋਸੈਸਡ ਕ੍ਰਿਟੀਕਲ ਖਣਿਜਾਂ ਅਤੇ ਉਹਨਾਂ ਤੋਂ ਬਣਾਏ ਉਤਪਾਦਾਂ ਤੇ ਅਮਰੀਕਾ ਦੀ ਨਿਰਭਰਤਾ ਕਾਰਨ ਪੈਦਾ ਹੋਏ ਕੌਮੀ ਸੁਰੱਖਿਆ ਖਤਰਿਆਂ ਦੀ ਜਾਂਚ ਸ਼ੁਰੂ ਕਰਨ ਵਾਲੇ ਕਾਰਜਕਾਰੀ ਹੁਕਮ ਤੇ ਦਸਤਖਤ ਕੀਤੇ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਪਹਿਲੇ ਦਿਨ ਰਾਸ਼ਟਰਪਤੀ ਟਰੰਪ ਨੇ ਅਮਰੀਕਾ ਦੇ ਅਰਥ ਵਿਵਸਥਾ ਨੂੰ ਫਿਰ ਤੋਂ ਮਹਾਨ ਬਣਾਉਣ ਦੇ ਲਈ ਆਪਣੀ ਅਮਰੀਕਾ ਪਹਿਲਾ ਵਪਾਰ ਨੀਤੀ ਦੀ ਸ਼ੁਰੂਆਤ ਕੀਤੀ ਹੈ। ਤੱਥ ਸੂਚੀ ਵਿੱਚ ਕਿਹਾ ਗਿਆ ਹੈ ਕਿ ਜਵਾਬੀ ਕਾਰਵਾਈ ਦੇ ਨਤੀਜੇ ਵਜੋਂ ਚੀਨ ਨੂੰ ਹੁਣ ਅਮਰੀਕਾ ਨੂੰ ਆਯਾਤ ਤੇ 245% ਤੱਕ ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਨ ਇਕਲੌਤਾ ਅਜਿਹਾ ਦੇਸ਼ ਹੈ ਜਿਸ ਨੇ ਇਸ ਦਾ ਜਵਾਬ ਤਿੱਖੇ ਟੈਕਸਾਂ ਨਾਲ ਦਿੱਤਾ ਹੈ। ਚੀਨ ਨੇ ਟਰੰਪ ਪ੍ਰਸ਼ਾਸਨ ਦੇ ਚੀਨੀ ਨਿਰਯਾਤ ਤੇ 145% ਟੈਕਸ ਲਗਾਉਣ ਤੇ ਜਵਾਬ 'ਚ ਸ਼ੁੱਕਰਵਾਰ ਨੂੰ ਅਮਰੀਕਾ ਤੋਂ ਆਯਾਤ ਤੇ ਵਾਧੂ ਟੈਰਿਫ ਵਧਾ ਕੇ 125% ਕਰ ਦਿੱਤਾ ਸੀ। ਅਮਰੀਕੀ ਟੈਰਿਫ ਵਾਧੇ ਤੋਂ ਬਾਅਦ ਚੀਨ ਨੇ WTO ਕੋਲ ਮੁਕੱਦਮਾ ਵੀ ਦਾਇਰ ਕੀਤਾ ਸੀ। ਟਰੰਪ ਨੇ ਚੀਨ ਤੋਂ ਇਲਾਵਾ ਹੋਰ ਦੇਸ਼ਾਂ ਤੇ ਅਗਲੇ 90 ਦਿਨਾਂ ਲਈ ਟੈਰਿਫ ਲਾਗੂ ਕਰਨ ਤੇ ਰੋਕ ਲਗਾ ਦਿੱਤੀ ਸੀ। ਅਮਰੀਕਾ ਤੇ ਕੈਨੇਡਾ ਵਿਚਕਾਰ ਸਬੰਧ ਤਣਾਅਪੂਰਨ ਬਣਦੇ ਜਾ ਰਹੇ ਹਨ। ਹੁਣ ਕੈਨੇਡੀਅਨ ਯੂਨੀਵਰਸਿਟੀਆਂ ਵਿੱਚ ਫੈਕਲਟੀ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਸੰਸਥਾ ਨੇ ਆਪਣੇ ਮੈਂਬਰਾਂ ਨੂੰ ਅਮਰੀਕਾ ਦੀ ਬੇਲੋੜੀ ਯਾਤਰਾ ਤੋਂ ਬਚਣ ਦੀ ਚੇਤਾਵਨੀ ਦਿੱਤੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੁਆਰਾ ਬਣਾਏ ਗਏ ਰਾਜਨੀਤਿਕ ਮਾਹੌਲ ਅਤੇ ਕੁਝ ਕੈਨੇਡੀਅਨ ਨਾਗਰਿਕਾਂ ਨੂੰ ਸਰਹੱਦ ਪਾਰ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨ ਦੀਆਂ ਰਿਪੋਰਟਾਂ ਵਿਚਕਾਰ ਕੈਨੇਡੀਅਨ ਐਸੋਸੀਏਸ਼ਨ ਆਫ ਯੂਨੀਵਰਸਿਟੀ ਟੀਚਰਸ ਨੇ ਇੱਕ ਨਵੀਂ ਚੇਤਾਵਨੀ ਜਾਰੀ ਕੀਤੀ ਹੈ। ਸੰਗਠਨ ਦਾ ਕਹਿਣਾ ਹੈ ਕਿ ਅਜਿਹੇ ਸਿੱਖਿਆ ਸ਼ਾਸਤਰੀਆਂ ਨੂੰ ਖਾਸ ਤੌਰ ਤੇ ਸਾਵਧਾਨ ਰਹਿਣਾ ਚਾਹੀਦਾ ਹੈ ਜਿਹੜੇ ਉਹਨਾਂ ਦੇਸ਼ਾਂ ਤੋਂ ਆਉਂਦੇ ਹਨ ਜਿਨ੍ਹਾਂ ਦੇ ਅਮਰੀਕਾ ਦੇ ਨਾਲ ਕੂਟਨੀਤਿਕ ਸਬੰਧ ਤਣਾਅਪੂਰਨ ਹਨ ਜਾਂ ਜਿਨ੍ਹਾਂ ਨੇ ਜਨਤਕ ਤੌਰ ਤੇ ਟਰੰਪ ਪ੍ਰਸ਼ਾਸਨ ਵਿਰੁੱਧ ਆਲੋਚਨਾਤਮਕ ਵਿਚਾਰ ਪ੍ਰਗਟ ਕੀਤੇ ਹਨ। ਚੇਤਾਵਨੀ ਵਿੱਚ ਖਾਸ ਤੌਰ ਤੇ ਟਰਾਂਸਜੈਂਡਰ ਪਛਾਣ ਵਾਲੇ ਅਕੈਡਮਿਕ ਅਤੇ ਖੋਜੀਆਂ ਨੂੰ ਸਾਵਧਾਨ ਕੀਤਾ ਗਿਆ ਹੈ ਜਿਨ੍ਹਾਂ ਦੇ ਖੋਜ ਕਾਰਜ ਨੂੰ ਮੌਜੂਦਾ ਅਮਰੀਕੀ ਪ੍ਰਸ਼ਾਸਨ ਦੀਆਂ ਨੀਤੀਆਂ ਦੇ ਉਲਟ ਮੰਨਿਆ ਜਾ ਸਕਦਾ ਹੈ।
ਜਨਵਰੀ 'ਚ ਟਰੰਪ ਦੇ ਅਹੁਦਾ ਸੰਭਾਲਣ ਤੋਂ ਬਾਅਦ ਵਿਦੇਸ਼ੀਆਂ ਨੂੰ 7 ਦਿਨਾਂ ਤੋਂ ਵੱਧ ਸਮੇਂ ਲਈ ਹਿਰਾਸਤ ਵਿੱਚ ਲਏ ਜਾਣ ਜਾਂ ਪ੍ਰੋਸੈਸਿੰਗ ਸੈਂਟਰਾਂ ਵਿੱਚ ਭੇਜੇ ਜਾਣ ਦੀਆਂ ਰਿਪੋਰਟਾਂ ਸੁਰਖੀਆਂ ਬਣੀਆਂ ਹੋਈਆਂ ਹਨ। ਕੈਨੇਡੀਅਨ ਸਰਕਾਰ ਨੇ ਅਮਰੀਕਾ ਦੀ ਯਾਤਰਾ ਲਈ ਆਪਣੀ ਹਾਲੀਆ ਯਾਤਰਾ ਸਲਾਹ ਵਿੱਚ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਮਰੀਕੀ ਸਰਹੱਦੀ ਸੁਰੱਖਿਆ ਕਰਮਚਾਰੀਆਂ ਦੁਆਰਾ ਉਹਨਾਂ ਤੋਂ ਸਖਤ ਪੁੱਛਗਿੱਛ ਕੀਤੀ ਜਾ ਸਕਦੀ ਹੈ ਅਤੇ ਜੇਕਰ ਉਹਨਾਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਤਾਂ ਉਹਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਜਾ ਸਕਦਾ ਹੈ। ਰਾਸ਼ਟਰਪਤੀ ਟਰੰਪ ਤੱਕ ਸਮਾਚਾਰ ਏਜੰਸੀਆਂ ਦੀ ਪਹੁੰਚ ਸੀਮਿਤ ਕਰਨ ਲਈ ਵਾਈਟ ਹਾਊਸ ਨੇ ਨਵਾਂ ਕਦਮ ਚੁੱਕਿਆ ਹੈ। ਵਾਈਟ ਹਾਊਸ ਨੇ ਇੱਕ ਨਵੀਂ ਮੀਡੀਆ ਨੀਤੀ ਪੇਸ਼ ਕੀਤੀ ਹੈ ਜੋ ਦੁਨੀਆ ਭਰ ਦੇ ਮੀਡੀਆ ਸੰਗਠਨ ਦੀ ਸੇਵਾ ਕਰਨ ਵਾਲੀਆਂ ਨਿਊਜ਼ ਏਜੰਸੀਆਂ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਤੱਕ ਪਹੁੰਚ ਨੂੰ ਸੀਮਿਤ ਕਰਦੀ ਹੈ। ਇਹ ਪ੍ਰਸ਼ਾਸਨ ਦੀਆਂ ਗਤੀਵਿਧੀਆਂ ਦੀ ਕਵਰੇਜ ਨੂੰ ਕੰਟਰੋਲ ਕਰਨ ਦੀ ਇੱਕ ਨਵੀਂ ਕੋਸ਼ਿਸ਼ ਹੈ। ਇਹ ਨੀਤੀ ਐਸੋਸੀਏਟਿਡ ਪ੍ਰੈਸ ਅਤੇ ਹੋਰ ਨਿਊਜ਼ ਏਜੰਸੀਆਂ ਦੇ ਕੰਮਕਾਜ ਨੂੰ ਪ੍ਰਭਾਵਿਤ ਕਰੇਗੀ ਜੋ ਆਪਣੇ ਨਿਊਜ਼ ਸੰਗਠਨਾਂ ਰਾਹੀਂ ਅਰਬਾਂ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਇਸ ਤੋਂ ਪਹਿਲਾਂ ਇੱਕ ਜੱਜ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਵਾਈਟ ਹਾਊਸ ਨੇ ਇਸ ਤੇ ਪਾਬੰਦੀ ਲਗਾ ਕੇ ਏਪੀ ਦੀ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਕੀਤੀ ਹੈ ਕਿਉਂਕਿ ਪ੍ਰਸ਼ਾਸਨ ਆਪਣੀਆਂ ਰਿਪੋਰਟਾਂ ਵਿੱਚ ਮੈਕਸੀਕੋ ਦੀ ਖਾੜੀ ਦਾ ਨਾਮ ਨਾ ਬਦਲਣ ਦੇ ਏਪੀ ਦੇ ਫੈਸਲੇ ਨਾਲ ਅਸਹਿਮਤ ਸੀ। ਓਵਲ ਆਫਿਸ ਅਤੇ 에ਅਰ ਫੋਰਸ 1 ਵਰਗੀਆਂ ਥਾਵਾਂ ਦੀ ਕਵਰੇਜ ਲਈ ਨਵੀਂ ਨੀਤੀ ਦੀ ਰੂਪਰੇਖਾ ਦੱਸਦੇ ਹੋਏ ਵਾਈਟ ਹਾਊਸ ਨੇ ਕਿਹਾ ਕਿ ਇਸ ਨੀਤੀ ਤਹਿਤ ਪ੍ਰੈਸ ਸਕੱਤਰ ਕੈਰੋਲਿਨ ਲੈਵਿਟ ਨੂੰ ਇਹ ਫੈਸਲਾ ਕਰਨ ਦਾ ਅਧਿਕਾਰ ਹੋਵੇਗਾ ਕਿ ਰਾਸ਼ਟਰਪਤੀ ਟਰੰਪ ਨੂੰ ਕੌਣ ਸਵਾਲ ਪੁੱਛੇਗਾ। ਇਹ ਜਾਣਕਾਰੀ ਨੀਤੀ ਤੋਂ ਜਾਣੂ ਲੋਕਾਂ ਨੇ ਦਿੱਤੀ ਹੈ। ਸੋ ਮੰਗਲਵਾਰ ਸ਼ਾਮ ਨੂੰ ਵਾਈਟ ਹਾਊਸ ਨੇ ਸੰਬੰਧੀ ਸੁਨੇਹੇ ਭੇਜੇ ਹਨ ਪਰ ਕੋਈ ਜਵਾਬ ਨਹੀਂ ਆਇਆ। ਮਿਸ਼ੀਗਨ ਦੀ ਇੱਕ ਪਬਲਿਕ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਇੱਕ ਭਾਰਤੀ ਸਮੇਤ 4 ਵਿਦਿਆਰਥੀਆਂ ਨੇ ਆਪਣੀ ਵਿਦਿਆਰਥੀ ਇਮੀਗ੍ਰੇਸ਼ਨ ਸਥਿਤੀ ਨੂੰ ਗੈਰ ਕਾਨੂੰਨੀ ਤੌਰ ਤੇ ਖਤਮ ਕੀਤੇ ਜਾਣ ਤੋਂ ਬਾਅਦ ਅਮਰੀਕਾ ਤੋਂ ਸੰਭਾਵੀ ਦੇਸ਼ ਨਿਕਾਲੇ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਭਾਰਤ ਦੇ ਚਿਨਮੇ ਦਿਓਰ, ਚੀਨ ਦੇ ਜਿਆਂਗ ਯੂਨ ਬੂ ਅਤੇ ਕਿਊਈ ਯਾਂਗ ਅਤੇ ਨੇਪਾਲ ਦੇ ਯੋਗੇਸ਼ ਜੋਸ਼ੀ ਨੇ ਸ਼ੁੱਕਰਵਾਰ ਨੂੰ ਗ੍ਰਹਿ ਸੁਰੱਖਿਆ ਵਿਭਾਗ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਵਿਰੁੱਧ ਮੁਕੱਦਮਾ ਦਾਇਰ ਕੀਤਾ। 4 ਵਿਦਿਆਰਥੀਆਂ ਨੇ ਇੱਕ ਮੁਕੱਦਮਾ ਦਾਇਰ ਕੀਤਾ ਹੈ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਉਹਨਾਂ ਦਾ ਵਿਦਿਆਰਥੀ ਇਮੀਗ੍ਰੇਸ਼ਨ ਦਰਜਾ ਵਿਦਿਆਰਥੀ ਅਤੇ ਐਕਸਚੇਂਜ ਵਿਜ਼ਟਰ ਇਨਫੋਰਮੇਸ਼ਨ ਸਿਸਟਮ ਵਿੱਚ ਬਿਨਾਂ ਢੁਕਵੇਂ ਨੋਟਿਸ ਅਤੇ ਸਪਸ਼ਟੀਕਰਨ ਦੇ ਗੈਰ ਕਾਨੂੰਨੀ ਤੌਰ ਤੇ ਖਤਮ ਕਰ ਦਿੱਤਾ ਗਿਆ ਸੀ। ਸੇਵਿਸ ਇੱਕ ਡਾਟਾਬੇਸ ਹੈ ਜੋ ਸੰਯੁਕਤ ਰਾਜ ਅਮਰੀਕਾ 'ਚ ਗੈਰ ਪ੍ਰਵਾਸੀ ਵਿਦਿਆਰਥੀਆਂ ਤੇ ਵਿਦਿਅਕ ਐਕਸਚੇਂਜ ਦੇ ਵਿਦਿਆਰਥੀਆਂ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ। ਵਿਦਿਆਰਥੀਆਂ ਦੀ ਨੁਮਾਇੰਦਗੀ ਕਰ ਰਹੇ ਮਿਸ਼ੀਗਨ ਦੀ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਦੇ ਵੀਰਵਾਰ ਨੂੰ ਕਿਹਾ ਕਿ ਉਸਨੇ ਉਹਨਾਂ ਵਿਦਿਆਰਥੀਆਂ ਵੱਲੋਂ ਐਮਰਜੈਂਸੀ ਹੁਕਮ ਜਾਰੀ ਕਰਨ ਦੀ ਮੰਗ ਕਰਦੇ ਹੋਏ ਇੱਕ ਸੰਘੀ ਮੁਕੱਦਮਾ ਦਾਇਰ ਕੀਤਾ ਹੈ ਜਿਨ੍ਹਾਂ ਦਾ F1 ਵਿਦਿਆਰਥੀ ਇਮੀਗ੍ਰੇਸ਼ਨ ਦਰਜਾ ਗੈਰ ਕਾਨੂੰਨੀ ਅਤੇ ਅਚਾਨਕ ਟਰੰਪ ਪ੍ਰਸ਼ਾਸਨ ਦੁਆਰਾ ਬਿਨਾਂ ਕਿਸੇ ਜਾਇਜ਼ ਕਾਰਨ ਅਤੇ ਨੋਟਿਸ ਦੇ ਖਤਮ ਕਰ ਦਿੱਤਾ ਗਿਆ ਸੀ। ACLU ਨੇ ਕਿਹਾ ਕਿ ਮੁਕੱਦਮੇ ਵਿੱਚ ਅਦਾਲਤ ਨੂੰ ਇਨ੍ਹਾਂ ਵਿਦਿਆਰਥੀਆਂ ਦੀ ਸਥਿਤੀ ਬਹਾਲ ਕਰਨ ਦੀ ਬੇਨਤੀ ਕੀਤੀ ਗਈ ਹੈ ਤਾਂ ਜੋ ਆਪਣੀ ਪੜ੍ਹਾਈ ਪੂਰੀ ਕਰ ਸਕਣ ਅਤੇ ਨਜ਼ਰਬੰਦੀ ਅਤੇ ਦੇਸ਼ ਨਿਕਾਲਾ ਦੇ ਜ਼ੋਖਮ ਦਾ ਸਾਹਮਣਾ ਕਰਨ ਤੋਂ ਬਚ ਸਕਣ। ਅਦਾਲਤ ਦੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਵਿੱਚੋਂ ਕਿਸੇ ਤੇ ਵੀ ਸੰਯੁਕਤ ਰਾਜ ਅਮਰੀਕਾ 'ਚ ਕਿਸੇ ਅਪਰਾਧ ਦਾ ਦੋਸ਼ ਨਹੀਂ ਲਗਾਇਆ ਗਿਆ ਜਾਂ ਦੋਸ਼ੀ ਨਹੀਂ ਠਹਿਰਾਇਆ ਗਿਆ। ਕਿਸੇ ਨੇ ਵੀ ਕਿਸੇ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੈ, ਨਾ ਹੀ ਉਹ ਕਿਸੇ ਰਾਜਨੀਤਿਕ ਮੁੱਦੇ ਤੇ ਕੈਂਪਸ ਵਿਰੋਧ ਪ੍ਰਦਰਸ਼ਨਾਂ ਵਿੱਚ ਸਰਗਰਮ ਰਹੇ ਹਨ। ਸ਼ਿਕਾਇਤ ਵਿੱਚ DHS ਸਕੱਤਰ ਕ੍ਰਿਸਟੀ ਨੇ ਅਤੇ ਕਾਰਜਕਾਰੀ ICE ਡਾਇਰੈਕਟਰ ਟੋਡ ਲਿਓਨਸ ਨੇ ਅਤੇ ICE ਨੇ ਫੀਲਡ ਆਫਿਸ ਡਾਇਰੈਕਟਰ ਰੋਬਰਟ ਦੇ ਨਾਮ ਸ਼ਾਮਲ ਹਨ। ਇਸ ਤਰ੍ਹਾਂ ਦੇ ਮੁਕੱਦਮੇ ਪੂਰੇ ਦੇਸ਼ ਵਿੱਚ ਦਾਇਰ ਕੀਤੇ ਗਏ ਹਨ ਜਿਸ ਵਿੱਚ ਨਿਊ ਹੈਂਪਸ਼ਾਇਰ, ਇੰਡੀਆਨਾ ਅਤੇ ਕੈਲੀਫੋਰਨੀਆ ਵਰਗੇ ਰਾਜ ਸ਼ਾਮਲ ਹਨ। ਨੇਪਾਲ ਪੁਲਿਸ ਨੇ ਕਾਠਮੰਡੂ ਮਹਾਨਗਰ ਦੇ ਵੱਖ-ਵੱਖ ਹਿੱਸਿਆਂ ਤੋਂ ਗੈਰ ਕਾਨੂੰਨੀ ਸੋਨੇ ਅਤੇ ਚਾਂਦੀ ਦੇ ਵਪਾਰ ਵਿੱਚ ਸ਼ਾਮਲ 9 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਨੇਪਾਲ ਪੁਲਿਸ ਬੁਲੇਟਿਨ ਅਨੁਸਾਰ ਇੱਕ ਗੁਪਤ ਜਾਣਕਾਰੀ ਦੇ ਆਧਾਰ ਤੇ ਪੁਲਿਸ ਨੇ ਕਾਠਮੰਡੂ ਦੇ ਵੱਖ-ਵੱਖ ਸੋਨੇ ਦੇ ਸੋਧਕ ਕੇਂਦਰਾਂ ਤੇ ਛਾਪੇ ਮਾਰੇ ਅਤੇ ਮੁਲਜ਼ਮਾਂ ਤੋਂ 1.76 ਕਿਲੋਗ੍ਰਾਮ ਸੋਨਾ ਅਤੇ 18.45 ਕਿਲੋਗ੍ਰਾਮ ਚਾਂਦੀ ਬਰਾਮਦ ਕੀਤੀ। ਪੁਲਿਸ ਨੇ ਉਹਨਾਂ ਕੋਲੋਂ 1.7 ਕਰੋੜ ਦੀ ਨੇਪਾਲੀ ਕਰੰਸੀ ਅਤੇ 11,700 ਭਾਰਤੀ ਕਰੰਸੀ ਵੀ ਬਰਾਮਦ ਕੀਤੀ ਹੈ। ਕਾਠਮੰਡੂ ਜ਼ਿਲ੍ਹਾ ਪੁਲਿਸ ਸਰਕਲ ਦੀ ਟੀਮ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਕੋਲ ਇਸ ਸਮਾਨ ਦੇ ਬਿੱਲ ਜਾਂ ਦਸਤਾਵੇਜ਼ ਨਹੀਂ ਸਨ। ਇਸ ਅਨੁਸਾਰ ਨਵਨਾਥ ਬਾਕੂ ਕਾਸੀ ਵੀ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਸ਼ਾਮਲ ਹੈ। ਇਹ ਸਾਰੇ ਮੁੰਬਈ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਕਾਠਮੰਡੂ ਵਿੱਚ ਰਹਿ ਰਹੇ ਹਨ। ਬੁਲੇਟਿਨ ਅਨੁਸਾਰ ਸਾਰੇ ਮੁਲਜ਼ਮਾਂ ਦੀ ਉਮਰ 18 ਤੋਂ 38 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਇੱਕ ਅਮਰੀਕੀ ਸੰਘੀ ਜੱਜ ਨੇ ਡੋਨਾਲਡ ਟਰੰਪ ਪ੍ਰਸ਼ਾਸਨ ਨੂੰ 21 ਸਾਲਾਂ ਦੇ ਭਾਰਤੀ ਗ੍ਰੈਜੂਏਟ ਨੂੰ ਦੇਸ਼ ਨਿਕਾਲਾ ਦੇਣ ਤੇ ਅਸਥਾਈ ਤੌਰ ਤੇ ਰੋਕ ਲਗਾ ਦਿੱਤੀ ਹੈ।
ਕ੍ਰਿਸ਼ਲਾਲ ਈਸ਼ਰਦਾਸਨੀ ਜੋ ਕਿ 2021 ਵਿੱਚ ਵਿਸਕਾਂਸਿਨ ਮੈਡੀਸਨ ਯੂਨੀਵਰਸਿਟੀ ਵਿੱਚ F1 ਵਿਦਿਆਰਥੀ ਵੀਜ਼ੇ ਨਾਲ ਕੰਪਿਊਟਰ ਇੰਜੀਨੀਅਰਿੰਗ ਵਿੱਚ ਬੈਚਲਰ ਡਿਗਰੀ ਕਰ ਰਿਹਾ ਸੀ, ਉਸ ਦਾ ਵਿਦਿਆਰਥੀ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਇਸਾਰ ਦਾਸਨੀ ਇੱਕ ਨਿਯਮਿਤ ਕਲਾਸ ਅਟੈਂਡਰ ਸੀ ਅਤੇ ਉਸ ਦਾ ਅਕੈਡਮਿਕ ਪ੍ਰਦਰਸ਼ਨ ਵੀ ਵਧੀਆ ਸੀ। ਇਸਾਰ ਦਾਸਨੀ ਹੁਣ ਆਖਰੀ ਸਮੈਸਟਰ ਵਿੱਚ ਹੈ ਅਤੇ 10 ਮਈ 2025 ਨੂੰ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਦੀ ਸੰਭਾਵਨਾ ਹੈ। ਮੰਗਲਵਾਰ ਨੂੰ ਵਿਸਕਾਂਸਿਨ ਦੇ ਪੱਛਮੀ ਜ਼ਿਲ੍ਹੇ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਕੀਤੇ ਗਏ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਇਸਾਰ ਦਾਸਨੀ ਨੇ ਕਬੂਲ ਕੀਤਾ ਹੈ ਕਿ ਉਸ ਨੂੰ 22 ਨਵੰਬਰ 2024 ਨੂੰ ਦੇਰ ਰਾਤ ਇੱਕ ਵਾਰ ਤੋਂ ਘਰ ਪਰਤਦੇ ਸਮੇਂ ਦੋਸਤਾਂ ਦੇ ਇੱਕ ਹੋਰ ਸਮੂਹ ਨਾਲ ਬਹਿਸ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਇਸਾਰ ਦਾਸਨੀ ਨੂੰ ਅਸ਼ਲੀਲ ਵਿਵਹਾਰ ਲਈ ਗ੍ਰਿਫਤਾਰ ਕੀਤਾ ਗਿਆ ਸੀ, ਪਰ ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ ਜ਼ਿਲ੍ਹਾ ਜਾਨੀ ਨੇ ਦੋਸ਼ਾਂ ਦੀ ਪੈਰਵੀ ਕਰਨ ਤੋਂ ਇਨਕਾਰ ਕਰ ਦਿੱਤਾ। ਨਤੀਜੇ ਵਜੋਂ ਇਸਾਰ ਦਾਸਨੀ ਨੂੰ ਅਦਾਲਤ ਵਿੱਚ ਪੇਸ਼ ਨਹੀਂ ਹੋਣਾ ਪਿਆ ਅਤੇ ਉਹਨਾਂ ਦਾ ਮੰਨਣਾ ਸੀ ਕਿ ਮਾਮਲਾ ਪੂਰੀ ਤਰ੍ਹਾਂ ਹੱਲ ਹੋ ਗਿਆ ਅਤੇ ਇਸ ਦੇ ਕੋਈ ਸੰਭਾਵੀ ਇਮੀਗ੍ਰੇਸ਼ਨ ਨਤੀਜੇ ਨਹੀਂ ਹੋਣਗੇ। ਇਸ ਤੋਂ ਇਲਾਵਾ ਇਸ ਘਟਨਾ ਤੋਂ ਇਲਾਵਾ ਇਸਾਰ ਦਾਸਨੀ ਦਾ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰਾਂ ਨਾਲ ਕੋਈ ਹੋਰ ਸੰਪਰਕ ਨਹੀਂ ਰਿਹਾ। ਹਾਲਾਂਕਿ 4 ਅਪ੍ਰੈਲ 2025 ਨੂੰ ਯੂਨੀਵਰਸਿਟੀ ਆਫ ਵਿਸਕਾਂਸਿਨ ਮੈਡੀਸਨ ਦੇ ਇੰਟਰਨੈਸ਼ਨਲ ਸਟੂਡੈਂਟ ਸਰਵਿਸਿਜ਼ ਯਾਨੀ ISS ਦਫ਼ਤਰ ਨੇ ਇਸਾਰ ਦਾਸਨੀ ਨੂੰ ਈਮੇਲ ਰਾਹੀਂ ਸੂਚਿਤ ਕੀਤਾ ਕਿ ਉਸ ਦਾ ਸਟੂਡੈਂਟ ਐਂਡ ਐਕਸਚੇਂਜ ਵਿਜ਼ਟਰ ਸਿਸਟਮ ਰਿਕਾਰਡ ਖਤਮ ਕਰ ਦਿੱਤਾ ਗਿਆ। US ਸਟੂਡੈਂਟ ਐਂਡ ਐਕਸਚੇਂਜ ਵਿਜ਼ਟਰ ਪ੍ਰੋਗਰਾਮ ਜੋ ਕਿ ਹੋਮਲੈਂਡ ਸਿਕਿਉਰਿਟੀ ਵਿਭਾਗ ਦੁਆਰਾ ਚਲਾਇਆ ਜਾਂਦਾ ਹੈ, ਇੱਕ ਵਿਦਿਆਰਥੀ ਦੇ ਸਰਵਿਸ ਰਿਕਾਰਡ ਨੂੰ ਉਸ ਵਿਅਕਤੀ ਦੇ ਅਪਰਾਧਿਕ ਰਿਕਾਰਡ ਜਾਂਚ ਵਿੱਚ ਪਛਾਣੇ ਜਾਣ ਜਾਂ ਜਿਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਉਸ ਦੇ ਆਧਾਰ ਤੇ ਖਤਮ ਕਰ ਦਿੰਦਾ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਇਸਾਰ ਦਾਸਨੀ ਨੂੰ US ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਯੂਨੀਵਰਸਿਟੀ ਜਾਂ ਵਿਦੇਸ਼ ਵਿਭਾਗ ਵੱਲੋਂ ਉਸ ਦੇ ਵੀਜ਼ਾ ਨੂੰ ਰੱਦ ਕਰਨ ਸੰਬੰਧੀ ਕੋਈ ਸੰਚਾਰ ਨਹੀਂ ਮਿਲਿਆ। ਦਸਤਾਵੇਜ਼ਾਂ ਅਨੁਸਾਰ ਸਰਵਿਸ ਵਿਖੇ ਉਸ ਦੇ F1 ਵਿਦਿਆਰਥੀ ਵੀਜ਼ਾ ਰਿਕਾਰਡ ਨੂੰ ਹਟਾਉਣ ਤੋਂ ਪਹਿਲਾਂ ਵਿਦਿਆਰਥੀ ਨੂੰ ਕੋਈ ਚੇਤਾਵਨੀ ਨਹੀਂ ਦਿੱਤੀ ਗਈ। ਕਹਾਣੀ ਦਾ ਆਪਣਾ ਪੱਖ ਪੇਸ਼ ਕਰਨ ਜਾਂ ਆਪਣਾ ਬਚਾਅ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ ਅਤੇ ਕਿਸੇ ਵੀ ਸੰਭਾਵੀ ਗਲਤਫਹਿਮੀ ਨੂੰ ਦੂਰ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ। ਨੇਪਾਲ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਖਬਰ ਮੁਤਾਬਕ 12 ਭਾਰਤੀਆਂ ਨੂੰ ਲੈ ਕੇ ਜਾ ਰਹੇ ਇੱਕ ਜਹਾਜ਼ ਨੂੰ ਕਾਠਮੰਡੂ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਕਿਉਂਕਿ ਇਸ ਦੇ ਹਾਈਡ੍ਰੋਲਿਕ ਸਿਸਟਮ ਵਿੱਚ ਨੁਕਸ ਪੈ ਗਿਆ। ਇੱਕ 에ਅਰਲਾਈਨ ਅਧਿਕਾਰੀ ਨੇ ਦੱਸਿਆ ਕਿ ਮਾਊਂਟ ਐਵਰੈਸਟ ਖੇਤਰ ਦੇ ਪ੍ਰਵੇਸ਼ ਦਵਾਰ ਲੁਕਲਾ ਤੋਂ ਰਾਮੇਟ ਛਾਪ ਜਾ ਰਹੇ ਨਿੱਜੀ ਸੀਤਾ 에ਅਰ ਦੇ ਜਹਾਜ਼ ਨੂੰ ਜਹਾਜ਼ ਵਿੱਚ ਤਕਨੀਕੀ ਖਰਾਬੀ ਦਾ ਪਤਾ ਲੱਗਣ ਤੋਂ ਬਾਅਦ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਡੋਰਨੀਅਰ ਜਹਾਜ਼ ਵਿੱਚ 12 ਭਾਰਤੀ, 2 ਨੇਪਾਲੀ ਅਤੇ 3 ਚਾਲਕ ਦਲ ਦੇ ਮੈਂਬਰ ਸਵਾਰ ਸਨ। ਜਹਾਜ਼ ਦੇ ਹਵਾਈ ਅੱਡੇ ਤੇ ਉਤਰਨ ਤੋਂ ਬਾਅਦ ਇਸ ਨੂੰ ਟਰੈਕਟਰ ਦੀ ਮਦਦ ਨਾਲ ਪਾਰਕਿੰਗ ਵਿੱਚ ਲਿਜਾਇਆ ਗਿਆ। ਅਧਿਕਾਰੀ ਨੇ ਕਿਹਾ ਕਿ ਜਹਾਜ਼ ਵਿੱਚ ਹਾਈਡ੍ਰੋਲਿਕ ਦਬਾਅ ਦੀ ਘਾਟ ਦੇ ਸੰਕੇਤ ਮਿਲੇ ਹਨ। ਚੰਗੀ ਗੱਲ ਇਹ ਹੈ ਕਿ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਹਨ। ਕਿਸੇ ਨੇ ਸੱਚ ਹੀ ਕਿਹਾ ਕਿ ਇਨਸਾਨ ਦੀ ਕਿਸਮਤ ਕਦੋਂ ਬਦਲ ਜਾਵੇ ਕੁਝ ਨਹੀਂ ਪਤਾ। ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿਸਮਤ ਨੇ ਅਚਾਨਕ ਸ਼ਖਸ ਨੂੰ ਕਰੋੜਪਤੀ ਬਣਾ ਦਿੱਤਾ। ਦਰਅਸਲ ਚਿਲੀ ਦੇ ਇੱਕ ਵਿਅਕਤੀ ਦੀ ਕਿਸਮਤ ਉਦੋਂ ਬਦਲ ਗਈ ਜਦੋਂ ਉਸ ਨੂੰ ਘਰ ਦੀ ਸਫਾਈ ਕਰਦੇ ਸਮੇਂ ਆਪਣੇ ਪਿਤਾ ਦੀ 12 ਸਾਲ ਪੁਰਾਣੀ ਪਾਸਬੁੱਕ ਮਿਲੀ। ਐਕਸੀਐਲ ਹਿਨੋਜੋਮਾ ਨਾਮ ਦੇ ਇਸ ਸ਼ਖਸ ਨੂੰ ਇਹ ਪਾਸਬੁੱਕ ਆਪਣੇ ਮਰਹੂਮ ਪਿਤਾ ਦੇ ਪੁਰਾਣੇ ਕਾਗਜ਼ਾਂ ਵਿੱਚੋਂ ਮਿਲੀ। ਪਹਿਲਾਂ ਤਾਂ ਉਸਨੇ ਇਸ ਨੂੰ ਬੇਕਾਰ ਸਮਝ ਕੇ ਸੁੱਟ ਦੇਣ ਬਾਰੇ ਸੋਚਿਆ, ਪਰ ਪਾਸਬੁੱਕ ਤੇ ਲਿਖੇ 2 ਸ਼ਬਦ ਸਟੇਟ ਗਾਰੰਟੀ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਦਰਅਸਲ 1960-70 ਦੇ ਦਹਾਕੇ ਵਿੱਚ ਹਿਨੋਜੋਸਾ ਦੇ ਪਿਤਾ ਨੇ ਘਰ ਖਰੀਦਣ ਲਈ ਬੈਂਕ ਵਿੱਚ ਲਗਭਗ 1.4 ਲੱਖ ਰੁਪਏ ਜਮ੍ਹਾਂ ਕਰਵਾਏ ਸਨ। ਬੈਂਕ ਕਈ ਸਾਲ ਪਹਿਲਾਂ ਬੰਦ ਹੋ ਗਿਆ ਸੀ, ਇਸ ਲਈ ਪਰਿਵਾਰ ਨੂੰ ਇਸ ਪੈਸੇ ਬਾਰੇ ਕੋਈ ਜਾਣਕਾਰੀ ਨਹੀਂ ਸੀ, ਪਰ ਸਟੇਟ ਗਾਰੰਟੀ ਦਾ ਮਤਲਬ ਸੀ ਕਿ ਭਾਵੇਂ ਬੈਂਕ ਬੰਦ ਹੋ ਜਾਂਦਾ ਹੈ, ਸਰਕਾਰ ਜਮ੍ਹਾਂ ਕੀਤੇ ਪੈਸੇ ਵਾਪਸ ਕਰਨ ਲਈ ਜ਼ਿੰਮੇਵਾਰ ਹੋਵੇਗੀ। ਹਾਲਾਂਕਿ ਜਦੋਂ ਹਿਨੋਜੋਸਾ ਨੇ ਸਰਕਾਰ ਤੋਂ ਪੈਸੇ ਦੀ ਮੰਗ ਕੀਤੀ ਤਾਂ ਉਸਦੇ ਦਾਅਵੇ ਨੂੰ ਸ਼ੁਰੂ ਵਿੱਚ ਰੱਦ ਕਰ ਦਿੱਤਾ ਗਿਆ, ਪਰ ਉਸਨੇ ਹਾਰ ਨਹੀਂ ਮੰਨੀ ਅਤੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਅਦਾਲਤ ਨੇ ਉਸਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਸਰਕਾਰ ਨੂੰ 62 ਸਾਲਾਂ ਲਈ ਵਿਆਜ ਸਮੇਤ ਮੁੱਲ ਰਕਮ ਵਾਪਸ ਕਰਨ ਦਾ ਹੁਕਮ ਦਿੱਤਾ ਗਿਆ। ਇਸ ਤਰ੍ਹਾਂ ਉਹ ਰਕਮ ਜੋ ਕਦੇ ਕੁਝ ਲੱਖ ਸੀ ਉਹ ਵਿਆਜ ਸਮੇਤ ਵੱਧ ਕੇ ਲਗਭਗ 10 ਕਰੋੜ ਰੁਪਏ ਹੋ ਗਈ ਹੈ। ਇਸ ਤਰ੍ਹਾਂ ਇੱਕ ਪੁਰਾਣੀ ਧੂੜ ਭਰੀ ਪਾਸਬੁੱਕ ਨੇ ਹਿਨੋਜੋਸਾ ਨੂੰ ਰਾਤੋਂ ਰਾਤ ਕਰੋੜਪਤੀ ਬਣਾ ਦਿੱਤਾ। ਹਿਨੋਜੋਸਾ ਦੀ ਕਹਾਣੀ ਇਸ ਗੱਲ ਦੀ ਇੱਕ ਉਦਾਹਰਨ ਹੈ ਕਿ ਕਿਵੇਂ ਜਾਗਰੂਕਤਾ ਅਤੇ ਕਾਨੂੰਨੀ ਅਧਿਕਾਰਾਂ ਦੇ ਗਿਆਨ ਨਾਲ ਅਸੰਭਵ ਨੂੰ ਸੰਭਵ ਬਣਾਇਆ ਜਾ ਸਕਦਾ ਹੈ।
ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮਿਲ ਯੂਨੀਵਰਸਿਟੀ ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।